ਸਤਿ ਸ਼੍ਰੀ ਅਕਾਲ ਦੋਸਤੋ ਸੋਸ਼ਲ ਮੀਡੀਆ ਪਲੇਟਫਾਰਮਸ ਨਾਲ ਜਿੰਨੇ ਵੀ ਸਰੋਤੇ ਜੁੜੇ ਆ, ਸਭ ਤੋਂ ਪਹਿਲਾਂ ਮੈਂ ਆਪ ਸਭ ਦਾ ਧੰਨਵਾਦ ਕਰਦਾ ਕਿ ਤੁਹਾਡਾ ਆਸ਼ੀਰਵਾਦ, ਤੁਹਾਡਾ ਵਿਸ਼ਵਾਸ ਹਮੇਸ਼ਾ ਸਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਦਾ। ਅਸੀਂ ਹਮੇਸ਼ਾ ਕੋਸ਼ਿਸ਼ ਕਰਦੇ ਹਾਂ ਕਿ ਤੁਹਾਡੇ ਉਜਵਲ ਭਵਿੱਖ ਦੇ ਵਿੱਚ, ਤੁਹਾਡੇ ਬੱਚਿਆਂ ਦੇ ਉਜਵਲ ਭਵਿੱਖ ਦੇ ਵਿੱਚ ਆਪਦਾ ਬਣਦਾ ਯੋਗਦਾਨ ਸੁਚੱਜੇ ਢੰਗ ਨਾਲ ਹਮੇਸ਼ਾ ਪਾਉਂਦੇ ਰਹੀਏ। ਦੋਸਤੋ, ਅੱਜ ਦਾ ਜਿਹੜਾ ਲਾਈਵ ਸੈਸ਼ਨ ਆ ਨਾ, ਇਹਦੇ ਵਿੱਚ ਮੈਂ ਕੋਈ ਬਹੁਤਾ ਕਿਸੇ ਪਰਟੀਕੂਲਰ ਪ੍ਰੋਡਕਟ ਬਾਰੇ ਜਾਂ ਕਿਸੇ ਪਰਟੀਕੂਲਰ ਇਮੀਗ੍ਰੇਸ਼ਨ ਸਿਸਟਮ ਬਾਰੇ ਗੱਲ ਕਰਨ ਦੇ ਲਈ ਲਾਈਵ ਨਹੀਂ ਹੋਇਆ। ਅੱਜ ਜੋ ਮੈਂ ਲਾਈਵ ਹੋਇਆ ਨਾ ਦੋਸਤੋ, ਉਹ ਮੈਂ ਇਸ ਕਰਕੇ ਇਹ ਸਮੇਂ ਤੋਂ ਸਮਾਂ ਇਸ ਕਰਕੇ ਕੱਢਿਆ ਕਿ ਪਿਛਲੇ ਕੁਝ ਦਿਨਾਂ ਤੋਂ ਨਾ ਮੈਂ ਰੈਗੂਲਰਲੀ ਚੈੱਕ ਕਰ ਰਿਹਾ ਕਿ ਕੈਨੇਡਾ ਦੇ ਲਈ, ਕੈਨੇਡਾ ਦੇ ਖਿਲਾਫ ਇੱਕ ਨੈਗੇਟਿਵ ਮਾਹੌਲ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੋਸਤੋ, 2014 ਤੋਂ ਕੋਈ ਬਹੁਤਾ ਲੰਮਾ ਸਮਾਂ ਨਹੀਂ ਹੋਇਆ ਮੈਨੂੰ ਇਸ ਇੰਡਸਟਰੀ ਦੇ ਵਿੱਚ। 2014 ਤੋਂ ਲੈ ਕੇ ਹੁਣ ਤੱਕ ਜੇ ਤੁਸੀਂ ਦੇਖੋਗੇ ਕਿ 7.5 ਸਾਲ ਮੈਨੂੰ ਇਸ ਇੰਡਸਟਰੀ ਦੇ ਵਿੱਚ ਹੋਏ ਨੇ। ਉਹ ਤੋਂ ਪਹਿਲਾਂ ਮੈਂ ਖੁਦ ਵੀ ਕੈਨੇਡਾ ਰਹਿ ਕੇ ਆਇਆ। ਇਹਨਾਂ 7 ਸਾਲਾਂ ਦੇ 7.5 ਸਾਲ ਦੇ ਵਿੱਚ ਮੈਂ ਕਦੇ ਵੀ ਕਿਸੇ ਹੋਰ ਕੰਟਰੀ ਜਾਂ ਕਿਸੇ ਹੋਰ ਮੁਲਕ ਜਾਂ ਕਿਸੇ ਹੋਰ ਵਿਸ਼ੇ ਸੰਬੰਧਿਤ ਨਾ ਕਦੇ ਕੋਈ ਐਡਵਰਟੀਜ਼ਮੈਂਟ ਤੁਸੀਂ ਮੇਰੀ ਦੇਖੀ ਹੋਊਗੀ, ਨਾ ਕਦੇ ਕੋਈ ਲਾਈਵ ਸੈਸ਼ਨ ਦੇਖਿਆ ਹੋਊਗਾ, ਨਾ ਹੀ ਕਦੇ ਕੋਈ ਪ੍ਰਮੋਸ਼ਨ ਦੇਖੀ ਹੋਊਗੀ। ਕਿਉਂਕਿ ਦੋਸਤੋ, ਹਮੇਸ਼ਾ ਆਪਾਂ ਨੂੰ ਉਹ ਕੰਮ ਦੇ ਵਿੱਚ ਆਪਦਾ ਹੱਥ ਪਾਉਣਾ ਚਾਹੀਦਾ ਜਿਸ ਕੰਮ ਤੇ ਤੁਹਾਨੂੰ ਯਕੀਨ ਹੋਵੇ ਤੇ ਤੁਹਾਨੂੰ ਆਪਦੇ ਆਪ ਤੇ ਯਕੀਨ ਹੋਵੇ ਕਿ ਇਹ ਕੰਮ ਤੁਹਾਨੂੰ ਆਉਂਦਾ। ਤੇ ਮੈਂ ਦੋਸਤੋ ਹਮੇਸ਼ਾ, ਜੇ ਮੇਰੇ ਤੋਂ ਤੁਸੀਂ ਪੁੱਛੋਗੇ ਕਿ ਤੁਸੀਂ ਕੈਨੇਡਾ ਜਾਂ ਕਿਸੇ ਹੋਰ ਕੰਟਰੀ ਦਾ ਆਪਾਂ ਨਾਂ ਨਹੀਂ ਲੈਣਾ, ਹਰੇਕ ਜਗ੍ਹਾ ਪੰਜਾਬੀ ਬੈਠੇ ਨੇ, ਪੰਜਾਬੀਆਂ ਨੇ ਜਾ ਕੇ ਮਿਹਨਤਾਂ ਕਰਕੇ ਤਰੱਕੀਆਂ ਕੀਤੀਆਂ ਨੇ। ਐਂਡ ਕਿਸੇ ਵੀ ਜਗ੍ਹਾ ਦੇ ਉੱਤੇ ਤਰੱਕੀ ਕੀਤੀ ਜਾ ਸਕਦੀ ਆ। ਆਪਦੇ ਮੁਲਕ 'ਚ ਰਹਿ ਕੇ ਵੀ ਤਰੱਕੀ ਕੀਤੀ ਜਾ ਸਕਦੀ ਆ, ਕਿਸੇ ਹੋਰ ਕੰਟਰੀ 'ਚ ਮੂਵ ਹੋ ਕੇ ਵੀ ਤਰੱਕੀ ਕੀਤੀ ਜਾ ਸਕਦੀ ਆ। ਪਰ ਜੇ ਮੈਂ ਕਹਿੰਦਾ ਵੀ ਫਲਾਨੀ ਕੰਟਰੀ ਚੰਗੀ ਆ ਤੇ ਫਲਾਨੀ ਕੰਟਰੀ ਮਾੜੀ ਆ, ਉਹ ਇੱਕ ਸਬਜੈਕਟਿਵ ਗੱਲ ਹੋ ਜਾਂਦੀ ਆ। ਕਿਸੇ ਲਈ ਇੰਡੀਆ ਬਹੁਤ ਵਧੀਆ ਤੇ ਕਿਸੇ ਲਈ ਆਸਟ੍ਰੇਲੀਆ ਬਹੁਤ ਵਧੀਆ, ਕਿਸੇ ਲਈ ਕੈਨੇਡਾ ਬਹੁਤ ਵਧੀਆ। ਪਰ ਆਪਾਂ ਇੱਕ ਓਵਰਆਲ ਹੀ ਗੱਲ ਕਰਨੀ ਹੁੰਦੀ ਆ ਕਿ ਇੱਕ ਕੰਟਰੀ ਵੇਚਣ ਦੇ ਲਈ ਕੀ ਦੂਸਰੀ ਕੰਟਰੀ ਨੂੰ ਭੰਡਣਾ ਜ਼ਰੂਰੀ ਆ? ਕਿ ਇੱਕ ਪ੍ਰੋਡਕਟ ਨੂੰ ਚੰਗਾ ਕਹਿਣ ਦੇ ਲਈ, ਚੰਗਾ ਸਾਬਤ ਕਰਨ ਦੇ ਲਈ ਕਿ ਦੂਸਰੇ ਪ੍ਰੋਡਕਟ ਬਾਰੇ ਮਾੜੀ ਸ਼ਬਦਾਵਲੀ, ਮਾੜੀ ਭਾਸ਼ਾ, ਮਾੜੀਆਂ ਉਹਦੇ ਨੈਗੇਟਿਵ ਪੁਆਇੰਟ ਉਜਾਗਰ ਕਰਨੇ ਜ਼ਰੂਰੀ ਹੁੰਦੇ ਆ? ਹਾਲਾਂਕਿ ਉਹ ਨੈਗੇਟਿਵ ਪੁਆਇੰਟ ਹੈ ਵੀ ਨੇ ਕਿ ਨਹੀਂ ਨੇ, ਇਹਦੇ ਬਾਰੇ ਵੀ ਕੋਈ ਬਹੁਤੀ ਐਸੀ ਗੱਲ ਜਾਂ ਉਦਾਹਰਨ ਜਾਂ ਕਿਸੇ ਤਰ੍ਹਾਂ ਦੀ ਜਿਹਨੂੰ ਆਪਾਂ ਇਹ ਕਹਿ ਦਈਏ ਕਿ ਠੋਸ ਸਬੂਤ ਜਾਂ ਕੋਈ ਐਸੀ ਕੋਈ ਗੱਲ ਜਿਹਨੂੰ ਆਪਾਂ ਇਹ ਕਹਿ ਦਈਏ ਕਿ ਇਸ ਗੱਲ ਦੀ ਪੁਸ਼ਟੀ ਹੋ ਗਈ ਕਿ ਕੈਨੇਡਾ ਦੇ ਵਿੱਚ ਤਾਂ ਬਹੁਤ ਮਾੜੇ ਹਾਲਾਤ ਨੇ, ਬਟ ਇਸ ਜਗ੍ਹਾ ਨਾਲੋਂ ਆਹ ਜਗ੍ਹਾ ਬਹੁਤ ਚੰਗੀ ਆ। ਦੋਸਤੋ, ਮੈਂ ਇਹ ਗੱਲ ਕਰਨੀ ਚਾਹੁੰਦਾ ਕਿ ਕਿਸੇ ਵੀ ਜਗ੍ਹਾ ਦੇ ਉੱਤੇ ਮਿਹਨਤ ਕਰਕੇ ਕਾਮਯਾਬ ਹੋਇਆ ਜਾ ਸਕਦਾ। ਪਰ ਜਦੋਂ ਆਪਾਂ ਬਿਜ਼ਨਸ ਕਰਦੇ ਹਾਂ, ਜਿਵੇਂ ਹੁਣ ਮੈਂ ਵੀ ਬਿਜ਼ਨਸ ਕਰਦਾ, ਇਮੀਗ੍ਰੇਸ਼ਨ ਮੇਰਾ ਇੱਕ ਬਿਜ਼ਨਸ ਆ, ਪਰ ਮੈਂ ਆਪਦੇ ਬਿਜ਼ਨਸ ਮਾਡਲ ਦੀਆਂ ਚੰਗਿਆਈਆਂ ਤੁਹਾਡੇ ਤੱਕ ਰੱਖੂੰਗਾ। ਮੇਰੀ ਕੋਸ਼ਿਸ਼ ਹੋਊਗੀ ਕਿ ਮੈਂ ਉਹਦੀ ਪੋਜ਼ਿਟਿਵਿਟੀ, ਉਹਦੀਆਂ ਚੰਗੀਆਂ ਚੀਜ਼ਾਂ ਤੁਹਾਡੇ ਤੱਕ ਲੈ ਕੇ ਆਵਾਂ। ਪਰ ਮੈਂ ਇੱਥੇ ਤੱਕ ਹੀ ਸੀਮਤ ਰਹੂੰਗਾ ਕਿ ਮੈਂ ਆਪਦੇ ਪ੍ਰੋਡਕਟ ਨਾਲ ਸੰਬੰਧਿਤ ਤੁਹਾਨੂੰ ਚੰਗੀਆਂ ਚੀਜ਼ਾਂ ਦੱਸ ਦਿਆਂ। ਮੈਂ ਉਹਨੂੰ ਹੋਰ ਚੰਗਾ ਬਣਾਉਣ ਦੀ ਖਾਤਰ ਕਿਸੇ ਹੋਰ ਮੁਲਕ ਨੂੰ, ਕਿਸੇ ਹੋਰ ਕੰਟਰੀ ਨੂੰ, ਕਿਸੇ ਹੋਰ ਖਿੱਤੇ ਨੂੰ ਭੰਡਾ ਨਾ। ਕਿਉਂਕਿ ਹਰ ਜਗ੍ਹਾ ਹੀ ਸਾਡੇ ਪੰਜਾਬੀਆਂ ਨੇ ਜਾ ਕੇ ਝੰਡੇ ਗੱਡੇ ਆ। ਹਰੇਕ ਜਗ੍ਹਾ ਹੀ ਸਾਡੇ ਪੰਜਾਬੀਆਂ ਦੇ ਚੰਗੇ ਮਾੜੇ, ਕੌੜੇ ਮਿੱਠੇ ਐਕਸਪੀਰੀਅੰਸ ਰਹੇ ਆ। ਤੇ ਇਹ ਕੌੜੇ ਮਿੱਠੇ ਐਕਸਪੀਰੀਅੰਸ ਹੀ ਤੁਹਾਨੂੰ ਜ਼ਿੰਦਗੀ ਦੇ ਵਿੱਚ ਕਾਮਯਾਬ ਬਣਾਉਂਦੇ ਨੇ। ਤੁਸੀਂ ਕਿਸੇ ਵੀ ਮੁਲਕ ਦੇ ਵਿੱਚ ਜਦੋਂ ਆਪਦੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰਦੇ ਹੋ, ਤੁਹਾਨੂੰ ਚੰਗੇ ਲੋਕ ਵੀ ਮਿਲਦੇ ਆ, ਮਾੜੇ ਲੋਕ ਵੀ ਮਿਲਦੇ ਆ। ਚੰਗੇ ਲੋਕ ਚੰਗਾ ਲੈਸਨ ਦੇ ਕੇ ਜਾਂਦੇ ਆ, ਮਾੜੇ ਲੋਕ ਵੀ ਚੰਗਾ ਲੈਸਨ ਦੇ ਕੇ ਜਾਂਦੇ ਆ। ਤੁਹਾਨੂੰ ਪਤਾ ਲੱਗ ਜਾਂਦਾ ਕੀ ਨਹੀਂ ਕਰਨਾ। ਸੋ ਮੈਂ ਅੱਜ ਗੱਲ ਕਰਨ ਲੱਗਿਆ ਦੋਸਤੋ ਕੈਨੇਡਾ ਦੀ। ਤੀਜੀ ਪੀੜ੍ਹੀ ਤਕਰੀਬਨ ਕੈਨੇਡਾ ਦੇ ਵਿੱਚ ਸਾਡੀ ਚੱਲ ਚੁੱਕੀ ਆ। 150 ਸਾਲ ਤੋਂ ਉੱਪਰ ਹੋ ਚੁੱਕਿਆ ਸਾਨੂੰ ਕੈਨੇਡਾ ਦੇ ਵਿੱਚ। ਇਹ ਕਹਿ ਦੇਵਾਂ ਕਿ ਸਾਨੂੰ ਰੋਜੀ ਰੋਟੀ ਕਮਾਉਂਦਿਆਂ ਨੂੰ, ਚੰਗਾ ਜੀਵਨ ਬਤੀਤ ਕਰਦਿਆਂ ਨੂੰ, ਸੋਹਣੇ ਘਰਾਂ 'ਚ ਰਹਿੰਦਿਆਂ ਨੂੰ, ਆਪਦੇ ਬੱਚਿਆਂ ਨੂੰ ਚੰਗੀਆਂ ਯੂਨੀਵਰਸਿਟੀਜ਼, ਕਾਲਜਿਸ ਦਾ ਹਿੱਸਾ ਬਣਾ ਕੇ, ਪੋਲੀਟਿਕਸ ਦਾ ਹਿੱਸਾ ਬਣਾ ਕੇ, ਚੰਗੇ ਲੈਵਲ ਤੇ ਆਪਦੇ ਬੱਚਿਆਂ ਨੂੰ ਪਹੁੰਚਾ ਕੇ, ਮਤਲਬ ਕਿ ਕੈਨੇਡਾ ਦੀਆਂ ਗਵਰਨਮੈਂਟਸ ਵੱਲੋਂ ਦਿੱਤੀਆਂ ਗਈਆਂ ਹਰ ਸਹੂਲਤਾਂ ਦਾ ਆਨੰਦ ਲੈਂਦਿਆਂ ਨੂੰ। ਤੇ ਅੱਜ ਵੀ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਕਿਹੜੀ ਕੰਟਰੀ ਤੁਹਾਨੂੰ ਸਾਂਭਦੀ ਆ,
ਤਾਂ ਸਭ ਤੋਂ ਪਹਿਲਾ ਨਾਂ ਉਹਦੇ ਵਿੱਚ ਕੈਨੇਡਾ ਦਾ ਆਊਗਾ। ਕਿਉਂ? ਕਿਉਂਕਿ ਜਦੋਂ ਕਿਸੇ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਅਸੀਂ ਮੂਵ ਹੋਣਾ ਨਾ ਦੋਸਤੋ, ਤਾਂ ਉਹਦੇ ਵਿੱਚ ਸਭ ਤੋਂ ਇੰਪੋਰਟੈਂਟ ਜਿਹੜੀ ਚੀਜ਼ ਆਉਂਦੀ ਆ ਉਹ ਆਉਂਦਾ ਸੈਟਲਮੈਂਟ ਪਲਾਨ। ਤੁਸੀਂ ਮੇਰੇ ਕੋਲੇ ਆਉਂਦੇ ਹੋ ਜਾਂ ਤੁਸੀਂ ਕਿਸੇ ਵੀ ਇਮੀਗ੍ਰੇਸ਼ਨ ਕੰਸਲਟੈਂਟ ਕੋਲੇ ਜਾਂਦੇ ਹੋ ਤਾਂ ਤੁਸੀਂ ਉਹਦੇ ਕੋਲੇ ਇੱਕ ਸੈਟਲਮੈਂਟ ਪਲਾਨ ਲੈਣ ਜਾਂਦੇ ਹੋ। ਤੇ ਸਾਡਾ ਇਹ ਕਿੱਤਾ, ਇਹ ਸਾਡੀ ਜ਼ਿੰਮੇਵਾਰੀ ਸਾਡੇ ਨਾਲ ਜੋੜਦਾ, ਇਹ ਸਾਡੀ ਇੱਕ ਡਿਊਟੀ ਆ ਕਿ ਅਸੀਂ ਤੁਹਾਡੇ ਮਾਰਗਦਰਸ਼ਕ ਬਣ ਕੇ ਤੁਹਾਡੇ ਨਾਲ ਚੱਲੀਏ ਤੇ ਤੁਹਾਨੂੰ ਹਰ ਉਸ ਰਾਹ ਤੋਂ ਜਾਣੂ ਕਰਾਈਏ ਜਿਸ ਰਾਹ ਤੋਂ ਤੁਹਾਨੂੰ ਗੁਜ਼ਰਨਾ ਪੈਣਾ ਆ ਪਰਮਾਨੈਂਟ ਰੈਜ਼ੀਡੈਂਸੀ ਲੈਣ ਤੱਕ। ਪਰ ਉਸ ਰਾਹ ਤੇ ਚੱਲਣਾ ਨਹੀਂ ਚੱਲਣਾ ਇਹ ਚੱਲਣ ਵਾਲੇ ਦੀ ਮਰਜ਼ੀ ਹੁੰਦੀ ਆ, ਪਰ ਸਾਡਾ ਇਹ ਫਰਜ਼ ਬਣਦਾ ਕਿ ਅਸੀਂ ਦੱਸ ਸਕੀਏ। ਤੇ ਮੈਨੂੰ ਇਹ ਲੱਗਦਾ ਕਿ ਕੈਨੇਡਾ ਇੱਕੋ ਇੱਕ ਅਜਿਹੀ ਕੰਟਰੀ ਆ ਨਰੋਲ, ਜਿਹੜੀ ਤੁਹਾਨੂੰ ਅੱਜ ਤੋਂ 5 ਸਾਲਾਂ ਦਾ ਵੀ ਪਲਾਨ ਕਲੀਅਰ ਕਰਕੇ ਦੱਸ ਦਿੰਦੀ ਆ ਕਿ ਸਾਡਾ ਇਮੀਗ੍ਰੇਸ਼ਨ ਨੂੰ ਲੈ ਕੇ ਅੱਜ ਤੋਂ 5 ਸਾਲ 10 ਸਾਲ ਦਾ ਏਜੰਡਾ ਕੀ ਆ, ਕਿੰਨੇ ਲੋਕ ਸਾਨੂੰ ਚਾਹੀਦੇ ਨੇ, ਕਿਹੋ ਜਿਹੇ ਅਸੀਂ ਪ੍ਰੋਗਰਾਮ ਦੇਵਾਂਗੇ, ਕਿੰਨੀ ਕੁ ਸਾਨੂੰ ਡਿਮਾਂਡ ਆ, ਕਿੰਨੀ ਕੁ ਸਾਨੂੰ ਲੋੜ ਆ ਇਮੀਗ੍ਰੈਂਟਸ ਦੀ। ਦੋਸਤੋ ਤਕਰੀਬਨ 50 ਲੱਖ ਬੰਦਾ ਰਿਟਾਇਰ ਹੋ ਰਿਹਾ ਇਸ ਵਕਤ ਕੈਨੇਡਾ ਦੀਆਂ ਚੰਗੀਆਂ ਜੌਬਸ ਤੋਂ। ਤੇ ਜੋ ਕੈਨੇਡੀਅਨ ਗੌਰਮੈਂਟ ਲਈ ਇੱਕ ਵੱਡੇ ਪੱਧਰ ਦੀ ਸਿਰਦਰਦੀ ਬਣ ਕੇ ਮੂਹਰੇ ਆ ਰਿਹਾ ਕਿ ਉਸ ਅਸਾਮੀਆਂ ਨੇ ਜਿਹੜੀਆਂ, ਕੌਣ ਲੋਕ ਨੇ ਜਿਹੜੇ ਉਹ ਅਸਾਮੀਆਂ ਨੂੰ ਭਰਨਗੇ, ਕੌਣ ਲੋਕ ਨੇ ਜਿਹੜੇ ਉਹ ਰਿਟਾਇਰ ਹੋ ਰਹੀਆਂ ਤੇ ਖਾਲੀ ਹੋ ਰਹੀਆਂ ਜ਼ਿੰਮੇਵਾਰੀਆਂ ਨੂੰ ਸਾਂਭਣਗੇ। ਅੱਜ ਜਿਹੜੀ ਆਬਾਦੀ ਆ 3.7 ਮਿਲੀਅਨ ਤੇ ਖੜੀ ਆ, 30.7 ਮਿਲੀਅਨ ਤੇ ਖੜੀ ਆ। 37 ਲੱਖ 3 ਕਰੋੜ ਤੇ 70 ਲੱਖ ਆਬਾਦੀ ਅੱਜ ਵੀ, 3 ਕਰੋੜ ਤੇ 70 ਲੱਖ, 4 ਮਿਲੀਅਨ ਤੇ ਪਹੁੰਚਾਉਣ ਦੇ ਲਈ ਜ਼ੋਰ ਲੱਗਿਆ ਹੋਇਆ ਕਿ ਪਹੁੰਚ ਜਾਵੇ, ਪਹੁੰਚ ਨਹੀਂ ਰਹੀ। ਦੋਸਤੋ ਇਹਨਾਂ ਹਾਲਾਤਾਂ ਦੇ ਵਿੱਚ ਕੈਨੇਡੀਅਨ ਗੌਰਮੈਂਟ ਕੋਲੇ ਇੱਕੋ ਇੱਕ ਰਾਹ ਬਚਦਾ, ਉਹ ਬਚਦਾਗਾ ਇਮੀਗ੍ਰੈਂਟਸ ਨੂੰ ਬੁਲਾ ਕੇ ਆਪਦੇ ਮੁਲਕ ਦੇ ਵਿੱਚ ਰੱਖਣਾ, ਉਹਨਾਂ ਨੂੰ ਪੜ੍ਹਾਉਣਾ, ਪੱਕੇ ਕਰਨਾ ਤੇ ਚੰਗੀ ਵਿੱਦਿਆ ਦੇ ਕੇ, ਚੰਗੇ ਅਨੁਸ਼ਾਸਨ ਸਿਖਾ ਕੇ, ਤਰੀਕੇ ਦੇ ਨਾਲ, ਲੈਅਬੱਧ ਢੰਗ ਦੇ ਨਾਲ ਉਹਨਾਂ ਨੂੰ ਕੈਨੇਡੀਅਨ ਗੌਰਮੈਂਟ, ਕੈਨੇਡਾ ਮੁਲਕ, ਕੈਨੇਡੀਅਨ ਇਕਨੋਮੀ ਦੇ ਵਿੱਚ ਹਿੱਸਾ ਪਾਉਣ ਦੇ ਯੋਗ ਬਣਾਉਣਾ। ਦੋਸਤੋ ਉਹਦੇ ਲਈ ਕੈਨੇਡੀਅਨ ਗੌਰਮੈਂਟ ਨੇ ਸਟੂਡੈਂਟ ਵੀਜ਼ਾ ਸਭ ਤੋਂ ਪਹਿਲੇ ਨੰਬਰ ਤੇ ਚੁਣਿਆ। ਕਿਉਂ ਚੁਣਿਆ? ਕਿਉਂਕਿ ਉਹਨਾਂ ਨੂੰ ਇਸ ਚੀਜ਼ ਦਾ ਪਤਾ ਕਿ ਸਟੂਡੈਂਟ ਵੀਜ਼ਾ ਦੇ ਵਿੱਚ ਜੇ ਮੈਕਸਿਮਮ ਸਟੂਡੈਂਟਸ ਕਿਸ ਏਜ ਗਰੁੱਪ ਦੇ ਆਉਂਦੇ ਆ, ਆਫਟਰ +2 ਵਾਲੇ, ਯਾਨੀ ਕਿ 18-19 ਸਾਲ ਵਾਲੇ। ਤੇ ਉਹਨਾਂ ਨੂੰ ਉਹਨਾਂ ਦੀਆਂ ਜਿਹੜੀਆਂ ਸੂਝਦੀਆਂ ਅੱਖਾਂ, ਜਿਨ੍ਹਾਂ ਨੇ ਕਾਲਜ, ਯੂਨੀਵਰਸਿਟੀ ਕੈਨੇਡਾ ਦੇ ਵਿੱਚ ਜਾ ਕੇ ਦੇਖਣੇ ਆ, ਤਾਂ ਉਹਨਾਂ ਨੂੰ ਮੋਲਡ ਕਰਨਾ, ਉਹਨਾਂ ਨੂੰ ਆਪਦੇ ਅਨੁਸਾਰ ਢਾਲਣਾ ਇੱਕ ਸਭ ਤੋਂ ਆਸਾਨ ਤਰੀਕਾ ਹੋ ਜਾਂਦਾ ਕੈਨੇਡੀਅਨ ਗੌਰਮੈਂਟ ਦੇ ਲਈ। ਸੋ ਦੋਸਤੋ ਜੋ ਆਉਣ ਵਾਲਾ ਫਿਊਚਰ ਆ, ਜੋ ਆਉਣ ਵਾਲਾ ਸਮਾਂ ਕੈਨੇਡਾ ਦੇ ਵਿੱਚ, ਉਹ ਬੜਾ ਹੀ ਖੂਬਸੂਰਤ, ਬੜਾ ਹੀ ਵਧੀਆ, ਬੜਾ ਹੀ ਪੋਜ਼ਿਟਿਵ ਆ। ਹਾਂ, ਕੇਸ ਦੀ ਰਿਫਿਊਜ਼ਲ ਦੀ ਮੈਂ ਗੱਲ ਕਰਨ ਲੱਗਿਆ। ਜੇ ਰਿਫਿਊਜ਼ ਹੋ ਰਹੇ ਨੇ ਕੇਸ ਤਾਂ ਕਹਿੰਦੇ ਧੜ ਰਿਫਿਊਜ਼ ਹੋ ਗਏ ਕੇਸਾਂ ਦੇ ਵਿੱਚ ਤਾਂ ਕੁਛ ਰਿਹਾ ਹੀ ਨਹੀਂ, ਕੈਨੇਡਾ ਤਾਂ ਬੰਦ ਹੀ ਹੋ ਗਿਆ। ਦੋਸਤੋ ਅਸਲ ਦੇ ਵਿੱਚ ਕੈਨੇਡਾ ਨਹੀਂ ਬੰਦ ਹੋਇਆ। ਹੁਣ ਕੈਨੇਡਾ ਗੌਰਮੈਂਟ, ਕੈਨੇਡੀਅਨ ਗੌਰਮੈਂਟ ਦਾ ਜਿਹੜਾ ਇਮੀਗ੍ਰੇਸ਼ਨ ਅਦਾਰਾ ਨਾ, ਉੱਥੇ ਜੂਆ ਬੰਦ ਹੋ ਗਿਆ। ਉੱਥੇ ਜੋ 5.5 ਇੱਕ ਚੋਂ ਦੋਵਾਂ ਚੋਂ 5.5 3.5 ਲੱਖ ਚ ਕੈਨੇਡਾ, 2 ਲੱਖ ਚ ਕੈਨੇਡਾ, ਫੀਸ ਆਫਟਰ ਵੀਜ਼ਾ, ਲੈਪਟਾਪ ਦੇ ਦਿਆਂਗੇ, 에ਅਰ ਟਿਕਟਾਂ ਦੇ ਦਿਆਂਗੇ, ਉਹ ਜਿਹੜੇ ਜੂਏ ਖੇਡੇ ਜਾਂਦੇ ਸੀ ਨਾ, ਉਹ ਬੰਦ ਹੋ ਗਏ। ਜੋ 100 ਕੇਸ ਲਾ ਕੇ 10, 12, 14 ਲੱਖ ਦਾ ਪੈਕੇਜ ਕਰਕੇ ਤੇ 20 ਬੱਚਿਆਂ ਦੇ 100 ਦੇ ਵਿੱਚੋਂ ਜਿਹੜੇ ਤੁੱਕੇ ਨਾਲ ਵੀਜ਼ੇ ਆ ਜਾਂਦੇ ਸੀਗੇ ਤੇ ਉਹਨਾਂ ਤੋਂ 2 ਕਰੋੜ ਕਮਾ ਕੇ ਜੇਬ 'ਚ ਪਾ ਕੇ ਤੇ ਬੱਚੇ ਉੱਥੇ ਪ੍ਰਾਈਵੇਟ ਕਾਲਜਾਂ 'ਚ ਰੁਲਦੇ ਫਿਰਦੇ ਹੁੰਦੇ ਸੀ, ਉਹ ਜੂਏ ਬੰਦ ਹੋ ਗਏ। ਉਹ ਕੇਸ ਹੁਣ ਚੱਜ ਨਾਲ ਵਾਚਣ ਲੱਗ ਗਏ। ਦੋਸਤੋ ਇਹਨਾਂ ਲੋਕਾਂ ਨੇ ਹੀ ਧੜ ਨੈਗੇਟਿਵ ਕੇਸ, ਮਾੜੇ ਤੋਂ ਮਾੜਾ ਕੇਸ ਹਾਈ ਕਮਿਸ਼ਨ ਦੇ ਵਿੱਚ ਪਹੁੰਚਦਾ ਕੀਤਾ। ਤਾਂ ਕੇਸ ਦੀ ਇੰਨੀ ਕੁ, ਮਾੜੇ ਕੇਸਾਂ ਦੀ ਇੰਨੀ ਕੁ ਤਾਦਾਦ ਵੱਧ ਗਈ ਕਿ ਆਟੇ ਨਾਲ ਫਿਰ ਘੁਣ, ਤੁਹਾਨੂੰ ਪਤਾ ਹੀ ਹੈ, ਪੀਸਿਆ ਜਾਂਦਾ। ਫਿਰ ਕਈ ਵਾਰੀ ਕੀ ਹੁੰਦਾ, ਜਦੋਂ ਚੰਗੇ ਮਾੜੇ ਕੇਸਾਂ ਦੀ ਤਾਦਾਦ ਵੱਧ ਜਾਂਦੀ ਹੈ ਤਾਂ ਫਿਰ ਕੁਝ ਰਿਫਿਊਜ਼ਲ ਰੇਸ਼ੋ ਦੇ ਵਿੱਚ ਜਿਹੜੇ ਨੰਬਰਸ ਨੇ, ਜਿਹੜੀ ਉਹ ਰੇਸ਼ੋ ਆ, ਉਹ ਕਈ ਵਾਰੀ ਅਪ ਹੋ ਜਾਂਦੀ ਆ। ਇਹ ਐਂਡ ਅਪ ਹੋਣੀ ਉਹ ਬਣਦੀ ਵੀ ਆ। ਪਰ ਮੈਂ ਦੋਸਤੋ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਜੇ ਕੈਨੇਡੀਅਨ ਗੌਰਮੈਂਟ ਨੇ ਇੱਕ ਨੈਗੇਟਿਵ
ਔਰਾ ਇੱਕ ਨੈਗੇਟਿਵ ਸਿਸਟਮ ਕ੍ਰੀਏਟ ਕਰਨਾ ਹੋਵੇ ਤਾਂ ਵਿਜ਼ਟਰ ਧੜਾ ਕਿਉਂ ਮਿਲਣ, ਓਪਨ ਵਰਕ ਪਰਮਿਟ ਧੜਾ ਕਿਉਂ ਮਿਲਣ। ਜੇ ਮੈਂ ਸਟੂਡੈਂਟ ਦੀ ਵੀ ਗੱਲ ਕਰਾਂ ਨਾ ਦੋਸਤੋ, ਤਾਂ ਅੱਜ ਵੀ ਸਟੂਡੈਂਟ ਵੀਜ਼ਾ ਦੀ ਜਿਹੜੀ ਰੇਸ਼ੋ ਆ ਨਾ, ਅੱਜ ਵੀ ਕੈਨੇਡਾ ਸਟੂਡੈਂਟ ਵੀਜ਼ਾ ਦੀ ਰੇਸ਼ੋ ਮੈਨੂੰ ਨਹੀਂ ਪਤਾ ਲੋਕਾਂ ਦੀ ਕੀ ਚੱਲ ਰਹੀ ਆ, ਮੇਰੀ 85% ਤੋਂ ਉੱਪਰ ਚੱਲ ਰਹੀ ਹੈ ਦੋਸਤੋ। ਕੀ ਕਹਿਣਾ ਹੈਗਾ ਕਿ 100 ਮਗਰ 15 ਕੇਸ ਰਿਫਿਊਜ਼ ਹੋ ਕੇ ਆ ਜਾਣ, ਉਹਨਾਂ ਵਿੱਚੋਂ 15 ਦੇ ਵਿੱਚੋਂ 2 ਜਾਂ 3 ਕੇਸ ਅਨਐਕਸਪੈਕਟਡ ਰਿਫਿਊਜ਼ਲਸ ਹੋਣ, ਬਾਕੀ ਸਾਰੀਆਂ ਐਕਸਪੈਕਟਡ ਰਿਫਿਊਜ਼ਲਸ ਆ ਰਹੀਆਂ ਨੇ। ਪਰ ਹਾਂ, ਜਦੋਂ ਜਿਹੜੇ ਤੁਸੀਂ ਜੂਏ ਖੇਡਣੇ ਸੀ ਨਾ, ਉਹ ਦੋਸਤੋ ਬੰਦ ਹੋ ਗਏ। ਅੱਜ ਤੁਹਾਨੂੰ ਵਰਕਆਊਟ ਕਰਨਾ ਪਊਗਾ ਸਟੂਡੈਂਟ ਦੇ ਪ੍ਰੋਫਾਈਲ ਤੇ, ਅੱਜ ਤੁਹਾਨੂੰ ਵਰਕਆਊਟ ਕਰਨਾ ਪਊਗਾ ਸਟੂਡੈਂਟ ਦੀ ਐਜੂਕੇਸ਼ਨ ਪ੍ਰੋਗਰੈਸ਼ਨ ਤੇ, ਅੱਜ ਤੁਹਾਨੂੰ ਵਰਕਆਊਟ ਕਰਨਾ ਪਊਗਾ ਸਟੂਡੈਂਟ ਦੇ ਕੋਰਸ ਸਿਲੈਕਸ਼ਨ ਤੇ, ਅੱਜ ਤੁਹਾਨੂੰ ਵਰਕਆਊਟ ਕਰਨਾ ਪਊਗਾ ਸਟੂਡੈਂਟ ਦੀ ਸਟੇਟਮੈਂਟ ਆਫ ਪਰਪਸ ਤੇ। ਅੱਗੇ ਫਾਰਮ ਭਰਦੇ ਸੀ, 100 ਬੱਚਾ ਇਕੱਠਾ ਕੀਤਾ, ਇੱਧਰਲੇ ਉੱਧਰਲੇ ਲਾਲਚ ਦੇ ਕੇ ਵਿੱਚੋਂ 20 ਦੇ ਵੀਜ਼ੇ ਤੁੱਕੇ ਨਾਲ ਆ ਗਏ, ਚੱਲ ਮੇਰੇ ਭਾਈ ਮੌਜਾਂ ਹੀ ਮੌਜਾਂ। ਹੁਣ ਉਹ ਗੱਲਾਂ ਨਹੀਂ ਰਹਿ ਗਈਆਂ। ਮੈਂ ਇਹ ਬਹੁਤ ਟਾਈਮ ਦਾ ਚਾਹੁੰਦਾ ਸੀ, ਮੈਂ ਹੱਥ ਬੰਨ੍ਹ ਕੇ ਧੰਨਵਾਦ ਕਰਦਾ ICCRC ਦਾ, CIC ਦਾ, ਜਿਨ੍ਹਾਂ ਨੇ ਇਹ ਸਖਤੀ ਵਰਤੀ ਆ ਦੋਸਤੋ। ਜਦੋਂ ਸਖਤੀ ਵਰਤਦੇ ਆ ਨਾ, ਉਸ ਸਮੇਂ ਚੋਣ ਹੁੰਦੀ ਆ ਚੰਗੇ ਇਮੀਗ੍ਰੇਸ਼ਨ ਕੰਸਲਟੈਂਟ ਦੀ, ਉਦੋਂ ਪਤਾ ਲੱਗਦਾ ਕਿ ਕੀ ਭਾਅ ਵਿਕਦੀ ਆ। ਕਿਸੇ ਵੀ ਜਗ੍ਹਾ ਦੇ ਉੱਤੇ ਖੜ ਕੇ, ਕਿਸੇ ਵੀ ਪਲੇਟਫਾਰਮ ਦੇ ਉੱਤੇ ਖੜ ਕੇ ਇਹ ਬੋਲ ਦੇਣਾ ਕਿ ਕੈਨੇਡਾ ਤਾਂ ਜੀ ਬੰਦ ਹੋ ਗਿਆ, ਰਿਫਿਊਜ਼ਲਾਂ ਹੀ ਬਹੁਤ ਦੇਣ ਲੱਗ ਗਿਆ, ਚੰਗੇ ਕੇਸਾਂ ਦੀਆਂ ਵੀ ਰਿਫਿਊਜ਼ਲਾਂ ਆਉਣ ਲੱਗ ਗਈਆਂ। ਚੰਗਾ ਕੇਸ ਕਿਹਨੂੰ ਕਹਿੰਦੇ ਹੋ ਤੁਸੀਂ? 65% ਵਾਲੇ ਬੱਚਿਆਂ ਦੇ ਵੀ ਜਦੋਂ ਤੁਸੀਂ ਜਾ ਕੇ ਡੀਪਲੀ ਉਹਦਾ ਜਦੋਂ ਤੁਸੀਂ ਸਰਟੀਫਿਕੇਟ ਚੈੱਕ ਕਰਦੇ ਆ ਨਾ ਦੋਸਤੋ, ਤੇ ਜਦੋਂ ਤੁਸੀਂ ਉਹਦੇ ਕੋਰਸ ਸਬਜੈਕਟ ਦੀ ਪਰਸੈਂਟੇਜ ਤੇ ਗ੍ਰੇਡਿੰਗ ਚੈੱਕ ਕਰਦੇ ਹੋ, ਜਿਹੜੀ ਉਹ 65% ਪਰਸੈਂਟੇਜ ਬਣੀ ਹੁੰਦੀ ਆ, ਉਹ ਸਾਰੀ ਪੰਜਾਬੀ ਫਿਜ਼ੀਕਲ ਐਜੂਕੇਸ਼ਨ ਐਨਵਾਇਰਨਮੈਂਟ ਦੇ ਵਿੱਚੋਂ ਨੰਬਰ ਲੈ ਕੇ ਬਣੀ ਹੁੰਦੀ ਆ, ਤੇ ਫਿਜ਼ਿਕਸ ਕੈਮਿਸਟਰੀ ਮੈਥ ਦੇ ਵਿੱਚੋਂ ਸਾਰਿਆਂ ਦੇ ਵਿੱਚੋਂ 35% 40% ਨੰਬਰ ਨਾਲ ਕਲਾਇੰਟ ਜਿਹੜਾ ਕੈਂਡੀਡੇਟ ਆ ਉਹ ਪਾਸ ਹੋਇਆ ਹੁੰਦਾ। ਇਸ ਕੇਸ ਨੂੰ ਤੁਸੀਂ ਚੰਗਾ ਕੇਸ ਨਹੀਂ ਕੰਸੀਡਰ ਕਰ ਸਕਦੇ ਦੋਸਤੋ। ਜਦੋਂ ਤੋਂ ਸ਼ੁਰੂ ਹੋਇਆ 2014 ਤੋਂ ਲੈ ਕੇ, ਤੁਸੀਂ ਮੇਰੀਆਂ ਪੁਰਾਣੀਆਂ ਵੀਡੀਓਜ਼ ਚੈੱਕ ਕਰ ਲਓ, ਤੁਸੀਂ ਮੇਰੀਆਂ ਅੱਜ ਦੀਆਂ ਵੀਡੀਓਜ਼ ਚੈੱਕ ਕਰ ਲਓ, ਹਮੇਸ਼ਾ ਇੱਕ ਗੱਲ ਦੇ ਉੱਤੇ ਜ਼ੋਰ ਦਿੱਤਾ, ਇਹਨਾਂ ਲੋਕਾਂ ਦੇ ਮਗਰ ਨਾ ਲੱਗੋ, ਪੜ੍ਹਾਈ ਵੱਲ ਧਿਆਨ ਦਿਓ, ਚੰਗਾ ਪੜ੍ਹੋ। ਕੋਰ ਸਬਜੈਕਟਸ ਦੇ ਵਿੱਚੋਂ 65% ਓਬਟੇਨਡ ਮਾਰਕਸ ਹੋਣੇ ਚਾਹੀਦੇ ਆ ਤੁਹਾਡੇ। ਇਹ ਬਾਰ-ਬਾਰ ਮੇਰੀ ਇਹ ਤੁਹਾਡੇ ਮੂਹਰੇ ਬੇਨਤੀ ਹੁੰਦੀ ਆ, ਤੇ ਅੱਜ ਵੀ ਉਹੀ ਕਰਨ ਲੱਗਿਆ। 65% ਓਬਟੇਨਡ ਮਾਰਕਸ ਹੋਣੇ ਚਾਹੀਦੇ ਆ ਤੁਹਾਡੇ ਕੋਰ ਸਬਜੈਕਟਸ ਦੇ ਵਿੱਚੋਂ। 6 in each ਆਫਟਰ 10+2, ਆਫਟਰ ਗ੍ਰੈਜੂਏਸ਼ਨ 6.5 each। ਕੇਸ ਲੈ ਲਓ, ਇੰਨੇ ਨੰਬਰ ਲੈ ਕੇ ਆ ਜਾਓ ਮੇਰੇ ਕੋਲੇ। ਕੇਸ ਕਿਵੇਂ ਨਹੀਂ ਨਿਕਲਣਗੇ ਆਪਾਂ ਦੇਖਾਂਗੇ ਦੋਸਤੋ। ਉਦੋਂ ਬਾਅਦ ਆ ਜਾਂਦਾ ਓਪਨ ਵਰਕ ਪਰਮਿਟ। ਸਾਡੇ ਅਨੁਸਾਰ ਕਾਗਜ਼ਾਤ ਆਪਾਂ ਰੈਡੀ ਕਰਨੇ ਨੇ, ਸਾਡੇ ਅਨੁਸਾਰ ਤਾਂ ਕਾਹਦੇ ਰੈਡੀ ਕਰਨੇ ਨੇ? ਹਾਈ ਕਮਿਸ਼ਨ ਦੇ ਅਨੁਸਾਰ। ਹਾਈ ਕਮਿਸ਼ਨ ਦੇ ਅਨੁਸਾਰ ਆਪਾਂ ਫੰਡਸ ਰੈਡੀ ਕਰਨੇ ਨੇ, ਹਾਈ ਕਮਿਸ਼ਨ ਦੇ ਅਨੁਸਾਰ ਅਸੀਂ ਸੋਰਸ ਆਫ ਇਨਕਮ ਰੈਡੀ ਕਰਨੀ ਆ। ਹਰ ਚੀਜ਼ ਜੋ ਹਾਈ ਕਮਿਸ਼ਨ ਦੀ ਡਿਮਾਂਡ ਆ ਉਸ ਅਨੁਸਾਰ ਆਪਾਂ ਬਣਾਵਾਂਗੇ, ਦੇਖਾਂਗੇ ਵੀਜ਼ਾ ਕਿਵੇਂ ਨਹੀਂ ਲੱਗ ਕੇ ਆਊਗਾ। ਫਿਰ ਕੁਐਸਚਨ ਆ ਜਾਂਦਾ ਦੋਸਤੋ, ਇਕੱਠੇ ਜਾਈਏ, ਆਸਟ੍ਰੇਲੀਆ ਇਕੱਠਿਆਂ ਨੂੰ ਵੀਜ਼ਾ ਦੇ ਦਿੰਦਾ, ਕੈਨੇਡਾ ਦਿੰਦਾ ਨਹੀਂ, ਕਿਉਂ ਨਹੀਂ ਦਿੰਦਾ ਕੈਨੇਡਾ ਇਕੱਠਿਆਂ ਨੂੰ ਵੀਜ਼ਾ? ਦੋਸਤੋ ਹਰ ਕੇਸ ਆਪਦੇ ਆਪ ਦੇ ਵਿੱਚ ਇੱਕ ਯੂਨੀਕ ਆ। ਕੇਸ ਦੇ ਸਰਕਮਸਟੈਂਸਸ ਦੱਸਦੇ ਆ, ਇਕੱਠੇ ਜਾਣਗੇ, ਅਲੱਗ-ਅਲੱਗ ਜਾਣਗੇ, ਪਹਿਲਾਂ ਜਾਊਗਾ, ਮਗਰੋਂ ਜਾਊਗਾ, ਬੱਚੇ ਨਾਲ ਜਾਣਗੇ, ਬਾਅਦ ਚੋਂ ਜਾਣਗੇ। ਹਰ ਕੇਸ ਸਿਰਫ ਤੇ ਸਿਰਫ ਇਹ ਦੇਖ ਕੇ ਨਹੀਂ ਕੇਸ ਵਿਆਹ ਹੋ ਗਿਆ ਇਟ ਮੀਨਸ ਵੀਜ਼ਾ ਲੱਗ ਗਿਆ, ਇਹ ਨਹੀਂ ਹੁੰਦਾ। ਕਿਵੇਂ ਵਿਆਹ ਹੋਇਆ, ਕੀ ਹਾਲਾਤ ਸੀ ਉਸ ਸਮੇਂ, ਜਿਹੜਾ ਇੰਡੀਆ ਰਹਿੰਦਾ ਸਪਾਊਸ ਆ ਜਾਂ ਜਿਹੜਾ ਸਪਾਊਸ ਐਪਲੀਕੈਂਟ ਨਹੀਂ ਗਾ, ਉਹਦੇ ਫਾਈਨੈਂਸ਼ੀਅਲ ਕੰਡੀਸ਼ਨਸ ਕੀ ਨੇ, ਉਹ ਕੀ ਕੰਮ ਕਰਦਾ, ਉਹਦੇ ਕੰਮ ਦਾ ਪ੍ਰੂਫ ਆਫ ਇਨਕਮ ਕੀ ਆ, ਉਹਦੇ ਕੰਮ ਦੀ ਆਪਦੀ ਹੋਂਦ ਕੀ ਆ, ਉਹਦੇ ਕੰਮ ਦੀ ਕਾਗਜ਼ੀ ਹੋਂਦ ਕੀ ਆ। ਹਰ ਚੀਜ਼ ਨੂੰ ਤਿਆਰ ਕਰਨਾ ਪਊਗਾ, ਕਿਉਂਕਿ ਹਾਈ ਕਮਿਸ਼ਨ ਕੋਲੇ ਕਾਗਜ਼ ਜਾਂਦੇ ਨੇ, ਗੱਲਾਂ ਨਹੀਂ ਜਾਂਦੀਆਂ। ਸੋ ਆਪਾਂ ਇਹਨਾਂ ਗੱਲਾਂ 'ਚ ਨਹੀਂ ਆਉਣਾ, ਟੈਕਨੀਕੈਲਿਟੀ ਸਮਝਣੀ ਆ ਚੀਜ਼ ਦੀ। ਚੰਗੇ ਐਜੂਕੇਸ਼ਨ ਕੰਸਲਟੈਂਟ, ਚੰਗੇ ਇਮੀਗ੍ਰੇਸ਼ਨ ਕੰਸਲਟੈਂਟ ਦੀ ਚੋਣ ਹੀ ਅੱਜ ਤੁਹਾਨੂੰ ਵੀਜ਼ਾ ਤੱਕ ਲੈ ਕੇ ਜਾਊਗੀ। ਸੋ ਧਿਆਨ ਨਾਲ ਸੋਚ ਸਮਝ ਕੇ, ਜੇ ਤੁਸੀਂ ਪੜ੍ਹਨਾ ਚਾਹੁੰਦੇ ਹੋ ਕੈਨੇਡਾ ਜਾ ਕੇ, ਜੇ ਤੁਸੀਂ ਚੰਗੇ ਕੋਰਸ ਦੀ ਚੋਣ ਕਰਨਾ ਚਾਹੁੰਦੇ ਹੋ, ਜੇ ਤੁਸੀਂ ਐਜੂਕੇਸ਼ਨ ਪ੍ਰੋਗਰੈਸ਼ਨ ਨੂੰ ਧਿਆਨ 'ਚ ਰੱਖਣਾ ਚਾਹੁੰਦੇ ਹੋ, ਜੇ ਤੁਸੀਂ ਚੰਗਾ ਕਾਲਜ, ਚੰਗੀ ਯੂਨੀਵਰਸਿਟੀ ਲੈਣਾ ਚਾਹੁੰਦੇ ਹੋ, ਚੰਗਾ ਪ੍ਰੋਵਿੰਸ ਲੈਣਾ ਚਾਹੁੰਦੇ ਹੋ, ਚੰਗੇ ਤਰੀਕੇ ਨਾਲ ਪਰਮਾਨੈਂਟ ਰੈਜ਼ੀਡੈਂਟ ਹੋਣਾ ਚਾਹੁੰਦੇ ਹੋ, ਆਪਦੇ ਸਪਾਊਸ, ਆਪਦੇ ਪੇਰੈਂਟਸ ਨੂੰ ਕੈਨੇਡਾ ਬੁਲਾਉਣਾ ਚਾਹੁੰਦੇ ਹੋ, ਦੋਸਤੋ ਆਓ, ਪ੍ਰੋਫਾਈਲ ਦੇਖੂੰਗਾ, ਅਸੈਸਮੈਂਟ ਕਰੂੰਗਾ, ਤੁਹਾਨੂੰ ਦੱਸ ਦੂੰਗਾ ਕਿੰਨੀ ਪਰਸੈਂਟੇਜ
ਤੁਹਾਡੀ ਬਣਦੀ ਆ ਵੀਜ਼ਾ ਪ੍ਰੋਬੇਬਿਲਿਟੀਜ਼ ਦੀ ਕੀ ਪਰਸੈਂਟੇਜ ਰਹੂਗੀ, ਉਸ ਅਨੁਸਾਰ ਆਪਾਂ ਕੇਸ ਨੂੰ ਅੱਗੇ ਪ੍ਰੋਸੈਸ ਕਰਾਂਗੇ। ਪਹਿਲਾਂ ਹਰ ਚੀਜ਼ ਦੱਸੀ ਜਾਊਗੀ, ਹਰ ਚੀਜ਼ ਕਲੀਅਰ ਕੀਤੀ ਜਾਊਗੀ, ਕਿਸੇ ਦੀਆਂ ਗੱਲਾਂ 'ਚ ਆਉਣ ਦੀ ਲੋੜ ਨਹੀਂ। ਦੇਖੋ, ਦੋ ਝੂਠ ਰਲ ਕੇ ਇੱਕ ਸੱਚ ਨਹੀਂ ਬਣ ਜਾਂਦਾ ਹੁੰਦਾ। ਜਿੰਨੇ ਮਰਜ਼ੀ ਪਲੇਟਫਾਰਮਸ ਦੇ ਉੱਤੇ ਖੜ ਕੇ ਝੂਠ ਬੋਲਿਆ ਜਾਵੇ, ਝੂਠ ਝੂਠ ਹੀ ਰਹਿਣਾ, ਪਰ ਉਹ ਅਵੇਅਰਨੈਸ ਤੁਹਾਡੇ ਵਿੱਚ ਆਉਣੀ ਜ਼ਰੂਰੀ ਆ। ਤੁਸੀਂ ਅਵੇਅਰ ਰਹੋ, ਵਰਕਆਊਟ ਕਰੋ ਐਜ਼ ਮਚ ਐਜ਼ ਪੋਸੀਬਲ ਆਪਦੇ ਪ੍ਰੋਫਾਈਲਸ ਦੇ ਉੱਤੇ, ਆਪਦੇ ਕਮਿਊਨੀਕੇਸ਼ਨ ਸਕਿੱਲਸ ਦੇ ਉੱਤੇ, ਆਪਦੇ ਆਪ ਉੱਤੇ। ਦੋਸਤੋ, ਸੈਲਫ ਐਜੂਕੇਸ਼ਨ ਵੱਲ ਧਿਆਨ ਦਿਓ। ਤੁਹਾਡੇ ਕੋਲੇ ਇੰਟਰਨੈਟ ਆ, ਤੁਹਾਡੇ ਕੋਲੇ ਸਮਾਰਟਫੋਨਸ ਨੇ। ਜਦੋਂ ਕੋਈ ਗੱਲ ਇੱਕ ਐਜੂਕੇਸ਼ਨ ਕੰਸਲਟੈਂਟ ਜਾਂ ਇਮੀਗ੍ਰੇਸ਼ਨ ਕੰਸਲਟੈਂਟ ਕਹਿੰਦਾ ਹੁੰਦਾ, ਰਾਈਟ ਅਵੇ ਨਾ ਮੰਨਿਆ ਕਰੋ। ਅੱਜ ਮੈਂ ਜੋ ਗੱਲਾਂ ਬੋਲੀਆਂ, ਜਾ ਕੇ CIC ਤੇ ਦੇਖੋ ਵੀ ਇਹ 4 ਗੱਲਾਂ ਦੇ ਵਿੱਚ ਕੋਈ ਸਚਾਈ ਵੀ ਹੈ ਕਿ ਐਵੇਂ ਬਕਵਾਸ ਆ ਸਭ ਗੱਲਾਂ। ਕਿਉਂਕਿ ਅੱਜ ਕੱਲ੍ਹ ਜਿਹੜੀ ਆਹ ਫੇਸਬੁੱਕ ਤੇ ਇੰਸਟਾਗ੍ਰਾਮ ਆ ਨਾ, ਫ੍ਰੀ ਆ ਸਭ ਕੁਝ। ਇਹਦੇ ਮੂਹਰੇ ਜਦੋਂ ਮਰਜ਼ੀ ਜਿੱਥੇ ਮਰਜ਼ੀ ਮੇਰੇ ਵਰਗਾ ਲਾਈਵ ਹੋ ਜਾਂਦਾ, ਕੁਝ ਵੀ ਬੋਲੀ ਜਾਂਦਾ। ਪਰ ਇਸ ਚੀਜ਼ ਦਾ ਫੈਸਲਾ ਤੁਸੀਂ ਕਰਨਾ, ਤੁਹਾਡਾ। ਤੁਸੀਂ ਕਰ ਸਕਦੇ ਹੋ, ਤੁਸੀਂ ਪੜ੍ਹੇ ਲਿਖੇ ਹੋ, ਤੁਸੀਂ ਇੰਗਲਿਸ਼ ਜਾਣਦੇ ਹੋ, ਤੁਸੀਂ ਅੰਗਰੇਜ਼ੀ ਜਾਣਦੇ ਹੋ, ਤੁਸੀਂ ਆਪ ਦਾ ਫੈਸਲਾ ਆਪ ਕਰਿਆ ਕਰੋ। ਪਰ ਕੰਸਲਟੈਂਟ ਦੀ ਚੋਣ ਬੜੇ ਧਿਆਨ ਨਾਲ ਕਰਨੀ ਆ, ਤਾਂ ਜੋ ਤੁਹਾਡਾ ਜਿਹੜਾ ਉਜਵਲ ਭਵਿੱਖ ਆ ਉਹ ਉਜਵਲ ਹੀ ਰਵੇ। ਤੁਹਾਨੂੰ ਇੱਕ ਚੰਗੀ ਗਾਈਡਲਾਈਨਸ, ਚੰਗੇ ਮਾਰਗਦਰਸ਼ਕ ਮਿਲਣ। ਇੰਨਾ ਕਹਿੰਦਾ ਦੋਸਤੋ, ਖਿਮਾ ਤਾਂ ਜੱਜ ਜੀ, ਧੰਨਵਾਦ।